ਗੁਰੂ ਦੇ ਚਰਨਾਂ ਦੀ ਇਤਨੀ ਵਡਿਆਈ ਹੈ, ਗੁਰੂ ਦੀ ਇਤਨੀ ਵਡਿਆਈ ਹੈ, ਪਰ ਗੁਰੂ ਦੇ ਚਰਨਾਂ ਨੂੰ ਆਪਣੇ ਮੱਥੇ ਉੱਤੇ ਮਹਿਸੂਸ ਉਹੀ ਕਰ ਸਕਦਾ ਹੈ ਜਿਸ ਦੀ ਗੁਰੂ ਵਿੱਚ ਅਗਾਧ ਬੋਧ ਸ਼ਰਧਾ ਹੋਵੇ। ਬਿਨਾਂ ਸ਼ਰਧਾ ਤੋਂ, ਬਿਨਾਂ ਪ੍ਰੇਮ ਤੋਂ ਗੁਰੂ ਦੇ ਚਰਨ ਕਮਲਾਂ ਦਾ ਅਹਿਸਾਸ ਹੋ ਨਹੀਂ ਸਕਦਾ। ਕਬੀਰ ਸਾਹਿਬ ਨੇ ਤੇ ਗੁਰੂ ਦੇ ਚਰਨਾਂ ਦੀ ਇਤਨੀ ਵਡਿਆਈ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈ ਸੇ ਉਨਮਾਨ, ਕਹਿਬੇ ਕਉ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਗੁਰੂ ਦੇ ਚਰਨਾਂ ਦਾ ਆਸਰਾ ਜਿਸ ਨੂੰ ਮਿਲ ਜਾਏ ਉਹਦੀ ਸ਼ੋਭਾ ਕਹੀ ਨਹੀਂ ਜਾ ਸਕਦੀ, ਉਸ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ ਬਿਨਾਂ ਉੱਥੇ ਤੱਕ ਪਹੁੰਚੇ। ਹੁਣ ਚਰਨਾਂ ਦਾ ਸਵਾਦ ਕਿਵੇਂ ਆਵੇ, ਉਸ ਮੁਕਾਮ ਤੱਕ ਪਹੁੰਚਿਆ ਕਿਵੇਂ ਜਾਵੇ। ਵੈਸੇ ਕਿਸੇ ਦੇ ਚਰਨਾਂ ਵਿੱਚ ਰਹਿਣਾ ਇੱਕ ਗੁਲਾਮੀ ਦੀ ਨਿਸ਼ਾਨੀ ਹੈ ਪਿਆਰਿਓ। ਗੁਲਾਮ ਦੀ ਜਗ੍ਹਾ ਸदैव ਚਰਨਾਂ ਵਿੱਚ ਹੀ ਹੋਇਆ ਕਰਦੀ ਹੈ। ਗੁਲਾਮ ਨੂੰ ਜੁੱਤੀਆਂ ਦੇ ਤੁੱਲ ਸਮਝਿਆ ਜਾਂਦਾ ਹੈ। ਅਕਸਰ ਅਮੀਰ ਆਪਣੇ ਗੁਲਾਮਾਂ ਨੂੰ ਆਪਣੀ ਜੁੱਤੀਆਂ ਵਿੱਚ ਹੀ ਰੱਖਿਆ ਕਰਦੇ ਸੀ, ਪਰ ਗੁਰੂ ਦੇ ਚਰਨਾਂ ਵਿੱਚ ਬੜਾ ਸਵਾਦ ਹੈ। ਗੁਰੂ ਜੀ ਕੇ ਦਰਸ਼ਨ ਕਉ ਬਲ ਜਾਉ, ਗੁਰੂ ਦੇ ਦਰਸ਼ਨਾਂ ਦਾ ਬੜਾ ਸਵਾਦ ਹੈ। ਗੁਰੂ ਦੇ ਚਰਨਾਂ ਦੇ ਕੋਲ ਬੈਠਣ ਦਾ ਇੱਕ ਆਪਣਾ ਆਨੰਦ ਹੈ, ਪਰ ਇਹ ਆਨੰਦ ਉਹਨਾਂ ਦੇ ਲਈ ਹੈ ਜਿਨ੍ਹਾਂ ਦੀ ਗੁਰੂ ਵਿੱਚ ਸ਼ਰਧਾ ਹੈ। ਹੁਣ ਕਬੀਰ ਸਾਹਿਬ ਜੋ ਇਤਨੇ ਚਰਨਾਂ ਦੀ ਮੌਜ ਦਾ ਆਨੰਦ ਮਾਣਦੇ ਨੇ, ਹੁਣ ਉਦਾਹਰਣ ਦੇਖੋ ਕੈਸਾ ਦਿੰਦੇ ਨੇ। ਕਬੀਰ ਕੂਕਰ ਰਾਮ ਕੋ, ਮੁਤਿਆ ਮੇਰੋ ਨਾਉ, ਗਲੇ ਹਮਾਰੇ ਜੇਵੜੀ, ਜੈ ਕਿੰਚੈ ਤੈ ਜਾਉ। ਮੈਂ ਉਸ ਦੇ ਦਰ ਦਾ ਕੁੱਤਾ ਬਣ ਗਿਆ ਹਾਂ। ਹੁਣ ਮੇਰੇ ਗਲੇ ਵਿੱਚ ਉਸ ਦੇ ਨਾਮ ਦਾ ਪੱਟਾ ਹੈ। ਮੈਂ ਆਪਣੀ ਮਰਜ਼ੀ ਨਹੀਂ ਕਰਦਾ, ਜਿੱਧਰ ਮਾਲਕ ਖਿੱਚਦਾ ਮੈਂ ਚਲਿਆ ਜਾਂਦਾ। ਈ ਦਿਲ ਅਮਰਾ ਖਾਸੋ ਜ਼ੌਕ ਦੇ, ਦਰ ਗੁਲੇਮ ਬੰਦਗੀ ਰਾ ਤੌਕ ਦੇ। ਭਾਈ ਨੰਦ ਲਾਲ ਜੀ ਮਹਾਰਾਜ, ਮੇਰੇ ਦਿਲ ਨੂੰ ਇੱਕ ਖਾਸ ਤਰੀਕੇ ਦਾ ਸ਼ੌਂਕ ਦੇ ਕਿ ਦਰ ਗੁਲੇਮ ਬੰਦਗੀ ਰਾ ਤੌਕ ਦੇ, ਮੇਰੇ ਗਲ ਵਿੱਚ ਆਪਣੀ ਬੰਦਗੀ ਦਾ ਤੌਕ ਭਾਵ ਪੱਟਾ ਪਾ ਦੇ। ਮੈਂ ਤੇਰੇ ਦਰ ਨੂੰ ਛੱਡ ਕੇ ਕਿਤੇ ਵੀ ਨਾ ਜਾਵਾਂ। ਦੇਖੋ, ਕੁੱਤਾ ਹੋਣਾ ਲੋਕਾਂ ਨੂੰ ਬੜੀ ਅਜੀਬ ਜਿਹੀ ਗੱਲ ਲੱਗ ਸਕਦੀ ਹੈ। ਲੋਕ ਨਫ਼ਰਤ ਕਰਦੇ ਨੇ ਕੁੱਤੇ ਤੋਂ, ਬਹੁਤ ਸਾਰੇ ਲੋਕ ਕੁੱਤਿਆਂ ਤੋਂ ਡਰਦੇ ਵੀ ਨੇ, ਪਰ ਇਹ ਗੱਲ ਆਵਾਰਾ ਕੁੱਤਿਆਂ ਦੀ ਨਹੀਂ ਹੈ। ਇਹ ਉਸ ਕੁੱਤੇ ਦੀ ਗੱਲ ਹੈ ਜਿਸ ਦਾ ਆਪਣੇ ਮਾਲਕ ਦੇ ਨਾਲ ਪਿਆਰ ਹੈ, ਜਿਸ ਦਾ ਆਪਣੇ ਮਾਲਕ ਨਾਲ ਪ੍ਰੇਮ ਹੈ ਨਾ। ਮਾਲਕ ਬਾਹਰੋਂ ਆਇਆ ਹੈ, ਕੁੱਤਾ ਉਸ ਦੇ ਇੰਤਜ਼ਾਰ ਵਿੱਚ ਦਰਵਾਜ਼ੇ ਤੇ ਬੈਠਿਆ। ਮਾਲਕ ਜਿਉਂ ਹੀ ਅੰਦਰ ਆਇਆ, ਹੁਣ ਉਸ ਕੁੱਤੇ ਨੂੰ ਕੁਝ ਵੀ ਨਹੀਂ ਚਾਹੀਦਾ ਸਿਵਾਏ ਮਾਲਕ ਦੇ ਚਰਨਾਂ ਤੋਂ। ਉਹ ਚਰਨਾਂ ਵਿੱਚ ਹੀ ਲੋਟਦਾ, ਪੈਰਾਂ ਨੂੰ ਚੁੰਮਦਾ। ਤੁਸੀਂ ਬੈਠ ਜਾਓਗੇ, ਤੁਹਾਡੇ ਕਦਮਾਂ ਨੂੰ ਚੁੰਮਦਾ ਰਹੇਗਾ, ਚੱਟਦਾ ਰਹੇਗਾ। ਹੁਣ ਕੋਈ ਪੁੱਛੇ ਭਲਾ ਉਹਨੂੰ ਕੀ ਸਵਾਦ ਉਹਨਾਂ ਚਰਨਾਂ ਵਿੱਚ ਆ ਰਿਹਾ। ਬੇਸ਼ੱਕ ਉਹ ਧੋਤੇ ਹੋਵਣ, ਨਾ ਧੋਤੇ ਹੋਵਣ, ਮੈਲੇ ਹੋਵਣ, ਸਾਫ਼ ਹੋਵਣ, ਉਸਨੂੰ ਕੋਈ ਮਤਲਬ ਨਹੀਂ ਹੈ। ਉਸਨੂੰ ਆਪਣੇ ਮਾਲਕ ਦੇ ਚਰਨਾਂ ਵਿੱਚ ਸਵਾਦ ਹੈ। ਤੇ ਮਾਲਕ ਦੇਖੋ, ਜਿਉਂ ਕੁੱਤਾ ਪ੍ਰੇਮ ਕਰਦਾ ਹੈ ਨਾ ਮਾਲਕ ਨੂੰ, ਕੁੱਤਾ ਚਾਹੁੰਦਾ ਹੈ ਮੈਂ ਮਾਲਕ ਦੇ ਚਰਨਾਂ ਨੂੰ ਚੁੰਮਾਂ। ਹੁਣ ਮਾਲਕ ਚਾਹੁੰਦਾ ਹੈ ਕਿ ਮੈਂ ਕੁੱਤੇ ਨੂੰ ਲੈ ਕੇ ਗੋਦੀ ਵਿੱਚ ਚੁੰਮਾਂ। ਜਿਤਨਾ ਕੁ ਪਿਆਰ ਇੱਕ ਕੁੱਤਾ ਆਪਣੇ ਮਾਲਕ ਨੂੰ ਕਰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਪਿਆਰ ਮਾਲਕ ਆਪਣੇ ਕੁੱਤੇ ਨੂੰ ਕਰਦਾ ਹੈ। ਇਹ ਪ੍ਰੇਮ ਦੀ ਨਿਸ਼ਾਨੀ ਹੈ। ਕੁਛ ਲੋਕ ਦੇਖ ਕੇ ਕਹਿੰਦੇ ਨੇ ਵੀ ਇਹ ਕਿਹੋ ਜਿਹਾ ਪਿਆਰ ਹੈ, ਚਰਨਾਂ ਵਿੱਚ ਕਿਵੇਂ ਸਵਾਦ ਆ ਸਕਦਾ। ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਭਲਾ ਕੋਈ ਪੈਰ ਵੀ ਕਿਸੇ ਦੇ ਮੱਥੇ ਤੇ ਰੱਖਦਾ?
ਪਰ ਇਸ ਅਹਿਸਾਸ ਨੂੰ ਨਾ ਬਿਨਾਂ ਕੁੱਤਿਆ ਬਣਿਆ ਨਾ ਜਾਣਿਆ ਨਹੀਂ ਜਾ ਸਕਦਾ। ਹੁਣ ਇਸ ਸਵਾਦ ਨੂੰ ਉਹ ਕੁੱਤਾ ਹੀ ਜਾਣ ਸਕਦਾ। ਚਰਨ ਕਮਲ ਕੀ ਮੌਜ ਕੋ, ਹੁਣ ਚਰਨ ਕਮਲਾਂ ਦੀ ਮੌਜ ਜਿਹੜੀ ਹੈ ਬਿਨਾਂ ਕੁੱਤਾ ਬਣੇ ਨਹੀਂ ਜਾਣੀ ਜਾ ਸਕਦੀ, ਬਿਨਾਂ ਗੁਲਾਮ ਬਣੇ ਨਹੀਂ ਜਾਣੀ ਜਾ ਸਕਦੀ। ਉਹ ਗੁਲਾਮੀ ਦਾ ਇੱਕ ਅਹਿਸਾਸ ਇਸ ਦੁਨੀਆ ਤੋਂ ਵੱਖਰਾ ਹੈ। ਉਹ ਗੁਲਾਮੀ ਇੱਕ ਜਿਹੜੀ ਜ਼ਬਰਦਸਤੀ ਕਿਸੇ ਨੂੰ ਗੁਲਾਮ ਬਣਾਇਆ ਗਿਆ ਹੈ। ਬਹੁਤ ਲੰਬੇ ਸਮੇਂ ਤੱਕ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਵਿੱਚ ਗੁਲਾਮ ਬਣਾਏ ਜਾਂਦੇ ਰਹੇ, ਵੇਚੇ ਜਾਂਦੇ ਰਹੇ, ਖਰੀਦੇ ਜਾਂਦੇ ਰਹੇ। ਗੁਲਾਮ ਬੜੇ ਦੁਖੀ ਹੋਇਆ ਕਰਦੇ ਸਨ, ਪਰ ਗੁਰੂ ਨਾਨਕ ਨੇ ਇੱਕ ਵੱਖਰੀ ਜਿਹੀ ਰੀਤ ਚਲਾ ਲਈ। ਉਹ ਗੁਲਾਮ ਬਣ ਕੇ ਵੀ ਖੁਸ਼ ਨੇ। ਮਾਂ ਲਾਲੀ ਤੇ ਉਹ ਲਾਲਾ ਮੇਰਾ, ਹੋ ਲਾਲੇ ਕਾ ਜਾਇਆ। ਮਾਂ ਮੇਰੀ ਗੁਲਾਮ ਹੈ, ਪਿਤਾ ਵੀ ਮੇਰਾ ਗੁਲਾਮ ਹੈ, ਮੈਂ ਉਹਨਾਂ ਦਾ ਜੰਮਿਆ ਪਲਿਆ ਹੋਇਆ, ਮੈਂ ਵੀ ਗੁਲਾਮ ਹਾਂ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਗੁਰੂ ਦਾ ਬਚਨ ਹੋਇਆ, ਬਾਜ਼ਾਰ ਵਿੱਚ ਵੇਖ ਜਾ, ਮੈਂ ਵੇਖ ਗਿਆ, ਕਿਉਂਕਿ ਗੁਰੂ ਦਾ ਬਚਨ ਸੀ। ਜਿਤ ਲਾਇਆ ਤਿਤ ਲਾਗਾ, ਜਿੱਥੇ ਮੇਰੇ ਗੁਰੂ ਨੇ ਮੈਨੂੰ ਆਖਿਆ ਚਲਿਆ ਜਾ, ਮੈਂ ਚਲਿਆ ਗਿਆ। ਸਭ ਕਹਿੰਦੇ ਨੇ ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਦੁੱਖ ਕਦੋਂ ਉਤਰਨਗੇ? ਗੁਰੂ ਦੇ ਚਰਨਾਂ ਵਿੱਚ। ਇਹ ਚਰਨ ਹੀ ਤੇ ਨੇ ਨਾ। ਆਪਾਂ ਇਸ ਗਲੀਚੇ ਨੂੰ ਮੱਥਾ ਨਹੀਂ ਟੇਕਦੇ ਪਿਆਰਿਓ, ਇਹ ਜੰਗਲੇ ਨੂੰ ਨਹੀਂ ਮੱਥਾ ਟੇਕਦੇ, ਗੋਲਕ ਨੂੰ ਮੱਥਾ ਨਹੀਂ ਟੇਕਦੇ। ਨਹੀਂ, ਜਦ ਵੀ ਤੁਸੀਂ ਮੱਥਾ ਟੇਕਦੇ ਹੋ ਨਾ ਚਾਹੇ ਜਾਣੇ ਅਣਜਾਣੇ ਵਿੱਚ ਤੁਹਾਡੇ ਦਿਮਾਗ ਵਿੱਚ ਖਿਆਲ ਚਰਨਾਂ ਦਾ ਹੀ ਰਹਿੰਦਾ ਹੈ। ਇਹ ਚਰਨ ਹੀ ਤੇ ਨੇ ਨਾ, ਹੋਰ ਇੱਥੇ ਕੀ ਹੈ? ਹੁਣ ਬਾਹਰ ਤੁਸੀਂ ਚੁਬੱਚੇ ਵਿੱਚ ਪੈਰ ਧੋ ਕੇ ਆਏ, ਬਹੁਤ ਸਾਰੇ ਲੋਕ ਨੇ, ਉਸ ਵਿੱਚੋਂ ਚੂਲਾ ਭਰ ਕੇ ਘੁੱਟ ਭਰਦੇ ਨੇ, ਮੱਥੇ ਤੇ ਲਗਾਉਂਦੇ ਨੇ, ਆਪਣੇ ਉੱਪਰ ਛਿੜਕਦੇ ਨੇ। ਕਿਉਂ? ਉਹ ਚਰਨ ਪਾਹੁਲ ਹੈ, ਚਰਨਾ ਅੰਮ੍ਰਿਤ ਹੈ। ਉਹ ਇੱਥੇ ਮੱਥਾ ਟੇਕਦਿਆਂ ਕੀ ਸੋਚ ਕੇ, ਇਹ ਗੁਰੂ ਦੇ ਚਰਨ ਨੇ, ਮੇਰਾ ਮੱਥਾ ਗੁਰੂ ਦੇ ਚਰਨਾਂ ਉੱਪਰ ਟਿਕਿਆ ਹੋਇਆ। ਤੇ ਕੁਛ ਮੈਂ ਐਸੇ ਦੀਵਾਨੇ ਦੇਖੇ ਨੇ, ਉਹ ਆ ਕੇ ਮੱਥਾ ਟੇਕਦੇ ਨੇ ਤੇ ਉੱਠਦੇ ਹੀ ਨਹੀਂ ਬਹੁਤ ਟਾਈਮ, ਉਹ ਚੁੰਮਦੇ ਰਹਿੰਦੇ ਨੇ। ਉਹ ਮੱਥਾ ਟੇਕਦੇ ਨੇ, ਪਹਿਲਾਂ ਮੱਥਾ ਟੇਕਿਆ, ਫਿਰ ਉਹ ਨੱਕ ਰਗੜਦੇ ਨੇ, ਫਿਰ ਉਹ ਜ਼ਮੀਨ ਨੂੰ ਚੁੰਮਦੇ ਨੇ, ਚੁੰਮਦਿਆਂ ਫਿਰ ਮੱਥਾ ਰਗੜਦੇ ਨੇ, ਫਿਰ ਹੱਥ ਜੋੜਦੇ ਨੇ। ਕਿਉਂ? ਇਹ ਚਰਨ ਹੀ ਤੇ ਨੇ ਨਾ ਗੁਰੂ ਦੇ। ਇਹ ਜ਼ਮੀਨ ਥੋੜੇ ਨਾ, ਕੌਣ ਜ਼ਮੀਨਾਂ ਨੂੰ ਮੱਥੇ ਟੇਕਦਾ? ਉਸ ਜ਼ਮੀਨ ਨੂੰ ਮੱਥੇ ਟੇਕੇ ਜਾਂਦੇ ਨੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜ਼ਮੀਨ ਨੂੰ ਵੀ ਉਸੇ ਨੂੰ ਮੱਥਾ ਟੇਕਿਆ ਜਾ ਰਿਹਾ ਜਿੱਥੇ ਮੇਰੇ ਗੁਰੂ ਨੇ ਪੈਰ ਧਰਿਆ। ਜਿੱਥੇ ਬਾਬਾ ਪੈਰ ਧਰੇ, ਜਿੱਥੇ ਵੀ ਮੇਰੇ ਬਾਬੇ ਨੇ ਪੈਰ ਧਰਿਆ ਨਾ, ਪੂਜਾ ਆਸਣ ਥਾਪਣ ਸੋਆ, ਉਹ ਜਗ੍ਹਾ ਪੂਜਨੀਕ ਹੋ ਗਈ, ਉਹ ਥਾਂ ਪੂਜਨੀਕ ਹੋ ਗਿਆ ਜਿੱਥੇ ਮੇਰੇ ਗੁਰੂ ਨੇ ਕਦਮ ਰੱਖ ਦਿੱਤੇ। ਹੁਣ ਮੈਂ ਉਹਨਾਂ ਜਗ੍ਹਾਵਾਂ ਨੂੰ ਚੁੰਮਦਾ, ਕਿਉਂਕਿ ਮੈਨੂੰ ਉਸ ਜ਼ਮੀਨ ਵਿੱਚੋਂ ਮੇਰੇ ਗੁਰੂ ਦੀ ਖੁਸ਼ਬੂ ਆਉਂਦੀ ਹੈ। ਇੱਥੋਂ ਚੁੰਮਦੇ ਹਾਂ ਗੁਰੂ ਦੇ ਚਰਨ, ਸਵਾਦ ਆਉਂਦਾ ਉਹਦੇ ਵਿੱਚੋਂ। ਪਰ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਰੱਖ ਦਿੱਤਾ, ਚਰਨਾਂ ਉੱਤੇ ਸਰ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਹੁਣ ਦੁੱਖ ਕਿਵੇਂ ਲੱਥਣ ਜੀ? ਦੁੱਖ ਕਿਵੇਂ ਉਤਰਨਗੇ? ਬਾਬਾ ਫਰੀਦ ਸਾਹਿਬ ਇਸ ਬਾਰੇ ਬੜਾ ਕਮਾਲ ਦਾ ਬਚਨ ਆਖਦੇ ਨੇ, ਕਹਿੰਦੇ ਦੁੱਖ ਉਤਰਨਗੇ, ਜ਼ਰੂਰ ਉਤਰਨਗੇ। ਕਿਵੇਂ? ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਜੋ ਗੁਰੂ ਨੇ ਤੈਨੂੰ ਰਸਤਾ ਦੱਸਿਆ ਨਾ, ਉਸ ਉੱਤੇ ਚੱਲ। ਗੁਰਸਿੱਖ ਮੀਤ ਚਲਹੁ ਗੁਰ ਚਾਲੀ। ਜਿਸ ਮਾਰਗ ਉੱਤੇ ਗੁਰੂ ਤੈਨੂੰ ਚੱਲਣ ਨੂੰ ਕਹਿੰਦਾ ਹੈ ਨਾ, ਉਸ ਰਸਤੇ ਉੱਤੇ ਚੱਲ। ਤੇ ਉਹ ਰਸਤਾ ਕਿਹੜਾ ਹੈ? ਸਾਹਿਬ ਕਹਿੰਦੇ ਨੇ ਉਹ ਰਸਤਾ ਹੈ ਪ੍ਰੇਮ ਦਾ। ਗੁਰੂ ਨਾਲ ਪ੍ਰੇਮ ਕਰ, ਉਹ ਪ੍ਰੇਮ ਦੇ ਰੰਗ ਵਿੱਚ ਡੁੱਬ ਜਾ। ਜਪ ਤਪ ਸੰਜਮ ਹਰਖ ਸੁਖ, ਮਾਨ ਮਹਿਤ ਅਰ ਗਰਬ, ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ। ਜਦ ਤੂੰ ਗੁਰੂ ਨੂੰ ਕੁਝ ਅਰਪਣ ਕਰੇਗਾ ਨਾ, ਗੁਰੂ ਤੈਨੂੰ ਸਭ ਕੁਝ ਹੀ ਦੇ ਦੇਗਾ। ਤੇਰੇ ਕੋਲ ਹੈ ਵੀ ਕਿਤਨਾ ਕੁ ਦੇਣ ਨੂੰ, ਤੂੰ ਉਸ ਛੋਟੇ ਜਿਹੇ ਨੂੰ ਬਚਾ ਲੈਣਾ। ਜਰਾ ਦੇਖੋ ਸਾਡੇ ਕੋਲ ਹੈ ਕੀ? ਆਪਣੀ ਕੁੱਲ ਜਾਇਦਾਦ ਵੀ ਮਿਲਾ ਦਈਏ ਨਾ, ਤਾਂ ਵੀ ਗੁਰੂ ਦੇ ਚਰਨਾਂ ਦੀ ਤੋੜ ਨਹੀਂ ਸਾਨੂੰ ਮਿਲਦੀ। ਅਸੀਂ ਉਸ ਨੂੰ ਬਚਾ ਲੈਂਦੇ ਹਾਂ ਵੀ ਸਾਡੇ ਕੋਲ ਹੈ ਕੀ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਪ ਤਪ ਸੰਜਮ ਹਰਖ ਸੁਖ ਮਾਨ ਮਹਿਤ ਅਰ ਗਰਬ, ਸਭ ਕੁਝ ਚੜਾ ਦੇ।
जो भी तेरे कोल है। ये गुरु सानू रस्ता दस रहा है, जो गुर दस्सै वाट मुरीदा जो लिए, इस रस्ते उत्ते चल, तेरा जो भी जप तप है इत्थे लिया के चढ़ा दे। संजम सब्र जो है ना इत्थे लिया के चढ़ा दे। हरख जो तेरे खुशी है ना किसी चीज दी वो चढ़ा दे। सुखा दे जितने साधन ने तू गुरु को लिया के चढ़ा दे। फिर मान जो तू करदा है ना किसी चीज का लिया के चढ़ा दे। महत जिहड़ी तेरी महत्ता है, जिहड़ी तेरी इंपोर्टेंस है, जिस चीज़ नूं तू खास समझदा है वो भी लिया के चढ़ा दे। फिर की बचया जी? गर्व बच जाता है, अहंकार बच जाता है, गुरूर। इतना कुछ मैं चढ़ा दिता, मैं गुरु तेरे लिए जप किया है, तेरे लिए तप किया है, मैं इतना संजम वरत दिया है, मैं अपनिया खुशियां तेरे ते कुर्बान कर दित्तियां ने, मैं अपना सुख तेरे चरणों में चढ़ा दिता है, मैं अपनी सब तो खास चीज तेनों दे दी है। हुण गर्व हो गया, मान महतर गर्व। सब कहते ना इनू भी चढ़ा दे, क्योंकि गर्व जेकर रह गया ना तो जितना दिता होया सब दा सब खूह विच चलिया जाएगा। ये भी नहीं रखना कि मैं कुछ दिता है, इत्थे ते तेरा तुझको सौंपते, तो मान किस चीज का करिए? जो कुछ भी अज साडे कोल दिता तो उसे दा है ना। नहीं, तू गर्व नूं भी चढ़ा दे। हुण गर्व नूं चढ़ा देगा तो मिलेगा कि मूसन निमखक प्रेम पर। इसदे इंज अखरी अर्थ करने, निमख एक पल दे प्यार दे लई वार वार द्यों सरब। गुरु एक बारी तक तां लवे, एक बारी मैनू तक लवे अपना जान के मैं सब कुछ उहदे चरणों में चढ़ाउण नूं तैयार हाँ। ते उस एक बारी दे तकने विच मिलदा की है? नानक नदरी नदर निहाल। उसकी नज़र हुई, नज़र कितनी देर नूं हुई? एक पल लई हुई, ते उसने मैनू निहाल कर दिता। इतनी कि उसकी नज़र होवे, जो कुछ तेरे कोल है तू चढ़ा, फिर की होएगा? ताते दुख मेरे सगले लाथे। सब कहते ने सतगुर अपने को कुर्बानी। मैं कुर्बान जावां अपने गुरु ते, आत्म चीन परम रंगवानी। गुरु ने मैनू मेरी आत्मा की पहचान करवा दी है, मैनू हुण उहदे विच रस आ रहा है। कल भाई साहब भाई मनी सिंह जी महाराज का शहीदी दिहाड़ा सी। शहादत कुछ ऐसी सी, लाहौर दे विच मजमा इकट्ठा हो गया, चारे पासे लोग इकट्ठे हो गए ने। एक काफिर नूं मुसलमान करन दी कोशिश की जा रही है, और काफिर मुसलमान होने नूं तैयार नहीं है, तां करके उसनूं शहीद करके सवाब कमाया जाएगा। ऐसा लाहौर दे लोग कह रहे सन। बन बन कटना काजियां लई सवाब दा कम सी, क्योंकि वो काफिर नूं मुसलमान कर रहे सन। पर लाहौर दे लोग देख के हैरान सन, काफिर दे विच कितना सिदक है। ज्यों ज्यों इहदा लहू वगदा जांदा है, त्यों त्यों इहदे चेहरे उत्ते नूर चढ़दा जांदा है। इहदे चेहरे उत्ते एक वखरी खुशी सानू नज़र आंदी है। दर्द वालियां कोल ते नहीं हो सकती ऐसी खुशी। सानू कोई सब्जी कटदे चाकू लग जाए, साडी उंगल दरवाजे विच आ जाए, किते ठोकर लग जाए, किते करंट लग जाए, दर्द दे मारे आ निकल जाती है। भाई मनी सिंह जी महाराज की शहादत, चौंकड़ा मारिया, इंज बैठे ने, उहदे अगे इंज हथ करते ने, वो कट रहा तो भाई मनी सिंह जी महाराज देख रहे ने, अपने आप नूं कटिया जाना देखते ने। ऐसा किवें मुमकिन होया? सतगुर अपने को कुर्बानी। कुर्बानी ते बहुत पहला हो चुकी है, उन्हें शरीर है देख रहे ने, आ पहली किश्त अदा हो गई है, ये दूसरी किश्त अदा हो गई है। हौली हौली मैं सब कुछ अपना अपने गुरु नूं चढ़ा रहा। ये कहण दी गल नहीं सी कि सतगुर अपने को कुर्बानी नहीं, जो वक्त आएगा ना गुरु तेरे चरणों में सब कुछ चढ़ा देंगे। जो कुछ हैगा सी वो ते चढ़ा ही दिता सी। पहला 12 भरा सन, 10 पुत्र सन, पिता सन, दादा सन, सब ते गुरु दे चरणों में चढ़ा चुके सन। भाई मनी सिंह जी भाई शरीर रह गया सी, इनू क्यों रखा? मूसक निमखक प्रेम पर वार वार द्यों सरब। ये भी तो चढ़ा दिया ना, इनू क्यों रखा? हुण साहब कहते ने, चरण रेण गुर की मुख लागी,
ਅਹੰਗ ਬੁੱਧ ਤਿਨ ਸਗਲੀ ਤਿਆਗੀ। ਗੁਰੂ ਦੇ ਚਰਨਾਂ ਉੱਤੇ ਮੱਥਾ ਟੇਕਿਆ, ਗੁਰੂ ਦੇ ਚਰਨਾਂ ਨੂੰ ਚੁੰਮਿਆ, ਇੱਕ ਕਿਣਕਕ ਸਵਾਦ ਦਾ ਮਿਲਿਆ, ਮੈਂ ਉਹਦੇ ਵਿੱਚ ਹੀ ਖੋ ਗਿਆ, ਉਹਦੇ ਵਿੱਚ ਖੋ ਗਿਆ। ਆਪਾਂ ਇਤਨੀ ਦੂਰ ਦਰਬਾਰ ਸਾਹਿਬ ਜਾਂਦੇ ਹਾਂ, ਇੱਥੋਂ 10-12 ਘੰਟੇ ਦਾ ਸਫ਼ਰ ਲੱਗ ਜਾਂਦਾ, ਫਿਰ ਉੱਥੇ ਜਾ ਕੇ ਰਾਤ ਰੁਕਦੇ ਹਾਂ, ਫਿਰ ਲਾਈਨ ਵਿੱਚ ਲੱਗਦੇ ਆ, ਤੇ ਦਰਸ਼ਨ ਕਿਤਨੀ ਦੇਰ ਨੂੰ ਹੁੰਦੇ ਨੇ? ਯਾਦ ਕਰਨਾ ਜ਼ਰਾ, ਮੱਥਾ ਟੇਕਿਆ ਤੇ ਚਲੇ ਗਏ। ਐਸਾ ਤਾਂ ਹੈ ਨਹੀਂ ਕਿ ਤੁਹਾਨੂੰ ਖੜੇ ਰਹਿਣ ਦੇਣਗੇ, ਉੱਥੇ ਮੱਥਾ ਟੇਕਦੇ ਰਹਿਣਗੇ, ਪਰ ਉਹ ਜੋ ਕੁਝ ਪਲ ਨੇ ਨਾ, ਉਹ ਐਸੇ ਨੇ ਕਿ ਮੈਂ ਇੱਥੇ ਹੀ ਲੱਗਿਆ ਰਵਾਂ। ਹੁਣ ਇਹ ਮੱਥਾ ਨਾ ਇੱਥੋਂ ਉੱਠੇ, ਇਤਨੀ ਦੂਰੋਂ ਤੇ ਆਏ ਆ, ਥੋੜੀ ਦੇਰ ਦੇ ਦਰਸ਼ਨ ਹੋਏ ਨੇ, ਚਰਨ ਰੇਨ ਗੁਰੂ ਕੀ ਮੁਖ ਲਾਗੀ। ਹੁਣ ਗੁਰੂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਨੂੰ ਲੱਗੀ ਹੈ, ਉਹਦਾ ਲੋਕ ਸਵਾਦ ਲੈਂਦੇ ਨੇ, ਚੁੰਮਦੇ ਨੇ ਇੱਥੇ ਆ ਕੇ, ਤਾਂ ਹੀ ਤੇ ਸਵਾਦ ਆਉਂਦਾ। ਘੁੱਟ ਘੁੱਟ ਕਰਕੇ ਪੀਂਦੇ ਨੇ। ਅਹੰਗ ਬੁੱਧ ਤਿਨ ਸਗਲੀ ਤਿਆਗੀ। ਉਹ ਜੋ ਹੈ ਨਾ ਚਰਨਾਂ ਦੀ ਧੂੜ, ਉਹ ਮਨ ਦੀ ਮੈਲ ਨੂੰ ਉਤਾਰਦੀ ਹੈ। ਸਭ ਕਹਿੰਦੇ ਨੇ ਭਰੀਏ ਹੱਥ ਪੈਰ ਤੰਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵਹਿ ਕੈ ਰੰਗ। ਉਹ ਨਾਮ ਦਾ ਰੰਗ ਹੈ। ਤੁਸੀਂ ਮੱਥਾ ਟੇਕ ਰਹੇ ਹੋ ਤਾਂ ਕੀ ਕਰ ਰਹੇ ਹੋ? ਚਾਰੇ ਪਾਸੇ ਗੁਰਬਾਣੀ ਦਾ ਕੀਰਤਨ ਹੋ ਰਿਹਾ, ਸੰਗਤਾਂ ਜਾਪ ਕਰ ਰਹੀਆਂ ਨੇ, ਗੁਰੂ ਦੇ ਚਰਨਾਂ ਦੇ ਧੂੜ ਸਾਡੇ ਮੁਖ ਨੂੰ ਲੱਗੀ ਹੈ, ਮੇਰੇ ਮਨ ਅੰਦਰ ਦੀ ਜੋ ਮੈਲ ਸੀ ਨਾ, ਉਹ ਸਭ ਉਤਰ ਗਈ ਹੈ। ਉੱਥੇ ਜਾ ਕੇ ਅਹਿਸਾਸ ਹੁੰਦਾ। ਕਦੇ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਨਾ ਬੜੇ ਕਮਾਲ ਦੀ ਚੀਜ਼ ਹੈ। ਆਪਾਂ ਇੱਥੇ ਬੈਠੇ ਹਾਂ, ਸਤਿਗੁਰੂ ਹਾਜ਼ਰ ਨਾਜ਼ਰ ਨੇ, ਪਰ ਉਹ ਖਾਸ ਮੁਕਾਮ ਰੱਖਦੀ ਹੈ। ਗੁਰਦੇਵ ਕਹਿੰਦੇ ਨੇ, ਗੁਰ ਕਾ ਸ਼ਬਦ ਲਗੋ ਮਨ ਮੀਠਾ। ਮੈਂ ਜਿਤਨੀ ਵਾਰੀ ਵੀ ਗਿਆ ਨਾ, ਉਸ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਅੰਦਰ ਬਾਣੀ ਕੁਛ ਅਜੀਬ ਹੀ ਰੰਗ ਰੱਖਦੀ ਹੈ, ਇੱਕ ਵੱਖਰਾ ਹੀ ਸਵਾਦ ਰੱਖਦੀ ਹੈ। ਤੁਸੀਂ ਪਰਿਕਰਮਾ ਕਰਦੇ ਰਹੋ, ਗੁਰਬਾਣੀ ਦੇ ਸ਼ਬਦ ਚੱਲਦੇ ਰਹਿਣਗੇ। ਐਸਾ ਆਨੰਦ ਦੁਨੀਆ ਵਿੱਚ ਕਿਸੇ ਹੋਰ ਜਗ੍ਹਾ ਤੇ ਸ਼ਬਦ ਸੁਣਨ ਦਾ ਨਹੀਂ ਆਉਂਦਾ। ਤੇ ਖਾਸ ਤੌਰ ਤੇ ਜਦ ਅਸੀਂ ਉੱਥੇ ਖੜੇ ਹੁੰਦੇ ਆ ਨਾ, ਲਾਈਨ ਵਿੱਚ ਆਪਣੇ ਨੰਬਰ ਦੇ ਲਈ ਕਦੋਂ ਮੱਥਾ ਟੇਕਾਂਗੇ, ਉਸ ਵੇਲੇ ਸਾਡਾ ਧਿਆਨ ਕੇਵਲ ਗੁਰਬਾਣੀ ਵਿੱਚ ਹੁੰਦਾ ਹੈ। ਰਾਗੀ ਸ਼ਬਦ ਪੜ੍ਹ ਰਹੇ ਹੁੰਦੇ ਨੇ, ਇੰਝ ਲੱਗਦਾ ਉਸ ਸ਼ਬਦ ਸਾਡੇ ਅੰਦਰ ਉਤਰ ਰਹੇ ਨੇ। ਉੱਥੋਂ ਦੇ ਮਾਹੌਲ ਵਿੱਚ ਗੁਰਬਾਣੀ ਘੁਲੀ ਹੋਈ ਹੈ, ਉੱਥੋਂ ਦੀ ਹਵਾ ਵਿੱਚ ਗੁਰਬਾਣੀ ਹੈ, ਉੱਥੋਂ ਦੇ ਪਾਣੀ ਵਿੱਚ ਉਹ ਬਾਣੀ ਹੈ। ਜਿਉਂ-ਜਿਉਂ ਅਸੀਂ ਸਵਾਸ ਲੈਂਦੇ ਹਾਂ ਨਾ, ਤਿਉਂ-ਤਿਉਂ ਗੁਰਬਾਣੀ ਸਾਡੇ ਅੰਦਰ ਜਾਂਦੀ ਹੈ। ਸਭ ਕਹਿੰਦੇ ਨੇ, ਗੁਰ ਕਾ ਸ਼ਬਦ ਲਗੋ ਮਨ ਮੀਠਾ। ਉਹ ਸੰਗਤਾਂ ਜਿਉਂ ਝੂਮ-ਝੂਮ ਕੇ ਗਾਉਂਦੀਆਂ ਨੇ ਨਾ ਉਹਨਾਂ ਸ਼ਬਦਾਂ ਨੂੰ, ਜਿਨ੍ਹਾਂ ਨੂੰ ਸਮਝ ਲੱਗ ਰਹੀ। ਅੰਦਰ ਰਾਗੀ ਝੂਮ ਰਹੇ ਨੇ, ਬਾਹਰ ਸੰਗਤਾਂ ਝੂਮ ਰਹੀਆਂ ਨੇ। ਇੱਕ ਐਸਾ ਸਵਾਦ ਆਉਂਦਾ ਹੈ ਉੱਥੇ। ਗੁਰਦੇਵ ਕਹਿੰਦੇ ਨੇ, ਇੱਕ ਐਸਾ ਨਜ਼ਾਰਾ ਬਣ ਜਾਂਦਾ ਹੈ, ਪਾਰ ਬ੍ਰਹਮ ਤਾਤੇ ਮੋਹ ਡੀਠਾ। ਇੰਝ ਲੱਗਦਾ ਪਰਮਾਤਮਾ ਆਪ ਉਤਰ ਆਇਆ ਹੋਵੇ। ਜਿਤਨਾ ਕੋਈ ਜੁੜ ਜਾਵੇਗਾ ਉੱਥੇ ਜਾ ਕੇ, ਉਸਨੂੰ ਆਪਣੇ ਅੰਦਰ ਉਸ ਪਾਰ ਬ੍ਰਹਮ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ। ਇਹ ਬਾਣੀ ਤੁਹਾਡੇ ਅੰਦਰ ਜਾ ਕੇ ਉਹ ਮੈਲ ਨੂੰ ਹਟਾ ਦਿੰਦੀ ਹੈ। ਮੈਲ ਨੂੰ ਹਟਾ ਕੇ ਤੁਹਾਡੇ ਅੰਦਰ ਹੀ ਉਸ ਤੇ ਦੀਦਾਰ ਕਰਾਂਦੀ ਹੈ। ਪਾਰ ਬ੍ਰਹਮ ਤਾਤੇ ਮੋਹ ਡੀਠਾ। ਬਾਣੀ ਦਾ ਐਸਾ ਅਸਰ ਹੋਇਆ, ਮੇਰੇ ਮਨ ਦੀ ਮੈਲ ਉਤਰ ਗਈ, ਮਨ ਪਾਸੇ ਹੋ ਗਿਆ, ਅੰਦਰੋਂ ਪਾਰ ਬ੍ਰਹਮ ਨਦਰੀ ਪੈ ਗਿਆ। ਹੁਣ ਗੁਰੂ ਦਾ ਸ਼ੁਕਰ ਕਰਦੇ ਆ। ਬਹੁਤ ਸਾਰੇ ਲੋਕ ਉੱਥੇ ਜਾ ਕੇ ਇੱਕ ਐਸਾ ਸਵਾਦ ਆਉਂਦਾ ਹੈ। ਹੁਣ ਆਖਦੇ ਨੇ, ਗੁਰ ਸੁਖ ਦਾਤਾ ਗੁਰ ਕਰਤਾਰ। ਗੁਰੂ ਸੁੱਖਾਂ ਦਾ ਦਾਤਾ ਹੈ, ਗੁਰੂ ਸਭ ਕੁਝ ਕਰਨ ਵਾਲਾ ਹੈ। ਜੀ ਪ੍ਰਾਣ ਨਾਨਕ ਗੁਰ ਆਧਾਰ। ਉਸ ਹਵਾ ਵਿੱਚ, ਉਸ ਮਾਹੌਲ ਵਿੱਚ, ਉਸ ਪਰਿਕਰਮਾ ਦੇ ਵਿੱਚ ਇੰਝ ਲੱਗਦਾ ਗੁਰੂ ਮੇਰੀ ਜਿੰਦ ਹੈ, ਗੁਰੂ ਮੇਰੀ ਜਾਨ ਹੈ, ਮੇਰਾ ਗੁਰੂ ਹੀ ਆਸਰਾ, ਗੁਰੂ ਹੀ ਆਧਾਰ ਹੈ। ਸੋ ਗੁਰੂ ਕਿਰਪਾ ਕਰੇ ਸਾਨੂੰ ਉਹ ਸਵਾਦ ਆ ਜਾਏ, ਜਿਸ ਸਵਾਦ ਨੂੰ ਲੈਣ ਉੱਥੇ ਜਾਂਦੇ ਆ ਨਾ, ਜਿਤਨੇ ਕੁ ਜੁੜ ਜਾਵਾਂਗੇ ਉਹ ਸਵਾਦ ਹਰ ਜਗ੍ਹਾ ਆ ਸਕਦਾ ਹੈ। ਕਿਉਂਕਿ ਉਹ ਤੇ ਘਟ ਘਟ ਅੰਤਰ ਸਰਬ ਨਿਰੰਤਰ, ਹਰ ਜਗ੍ਹਾ ਉਹ ਮੌਜੂਦ ਹੈ। ਆਓ ਸਰਵ ਵਿਆਪਕ ਸਰਬ ਨਿਰੰਤਰ ਉਸ ਪਰਿਪੂਰਨ ਪਰਮਾਤਮਾ ਨੂੰ ਯਾਦ ਕਰੀਏ।